ਤੁਸੀਂ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਤੁਸੀਂ ਆਪਣੇ ਸੇਵਿੰਗ ਅਕਾਊਂਟ ਤੇ 7 ਤੋਂ 8% ਤੱਕ ਇੰਟਰਸਟ ਬੜੀ ਆਸਾਨੀ ਨਾਲ ਕਮਾ ਸਕਦੇ ਹੋ। ਬਸ ਤੁਸੀਂ ਆਪਣੇ ਸੇਵਿੰਗ ਅਕਾਊਂਟ 'ਚ ਇੱਕ ਆਟੋ ਸਵੀਪ ਫੈਸਿਲਿਟੀ ਸੈੱਟ ਕਰਵਾ ਲਓ। ਤੁਹਾਡਾ ਸੇਵਿੰਗ ਅਕਾਊਂਟ ਦਾ ਪੈਸਾ ਆਟੋਮੈਟਿਕਲੀ ਐਫਡੀ ਦੇ ਵਿੱਚ ਕਨਵਰਟ ਹੁੰਦਾ ਰਹੇਗਾ ਤੇ ਇਸ ਐਫਡੀ ਤੇ ਤੁਸੀਂ ਵਧੀਆ ਇੰਟਰਸਟ ਕਮਾ ਸਕਦੇ ਹੋ। ਪਰ ਕੀ ਹੋਏਗਾ ਜਦੋਂ ਤੁਹਾਨੂੰ ਦੱਸਿਆ ਜਾਵੇ ਕਿ ਇਹ ਸਿਰਫ ਅੱਧਾ ਹੀ ਸੱਚ ਹੈ। ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਨੇ ਆਟੋ ਸਵੀਪ ਫੈਸਿਲਿਟੀ 'ਚ ਜੋ ਸ਼ਾਇਦ ਤੁਹਾਨੂੰ ਦੱਸੀਆਂ ਹੀ ਨਹੀਂ ਜਾਂਦੀਆਂ। ਸੋਚ ਕੇ ਵੇਖੋ ਕਿ ਇਸ ਆਟੋ ਸਵੀਪ ਫੈਸਿਲਿਟੀ ਤੇ ਜੋ ਇੰਟਰਸਟ ਰੇਟ ਹੈ, ਜੇਕਰ ਉਹ ਸੇਵਿੰਗ ਅਕਾਊਂਟ ਦੇ ਇੰਟਰਸਟ ਰੇਟ ਨਾਲੋਂ ਵੀ ਘੱਟ ਮਿਲੇ, ਸੁਣ ਕੇ ਹੈਰਾਨੀ ਹੁੰਦੀ ਹੈ ਨਾ। ਇਹ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਐਫਡੀ ਦੇ ਇੰਟਰਸਟ ਰੇਟ ਡਿਪੈਂਡ ਕਰਦੇ ਕਿ ਤੁਸੀਂ ਕਿੰਨੇ ਟਾਈਮ ਦੀ ਐਫਡੀ ਕਰਵਾ ਰਹੇ ਹੋ। ਜ਼ਿਆਦਾਤਰ ਜਿੰਨਾ ਲੰਬੇ ਸਮੇਂ ਦੀ ਐਫਡੀ ਹੋਏਗੀ ਉਨੇ ਹੀ ਵਧੀਆ ਰੇਟ ਮਿਲ ਜਾਣਗੇ। ਤਾਂ ਇਸ ਆਟੋ ਸਵੀਪ ਫੈਸਿਲਿਟੀ ਤੇ ਸਾਨੂੰ ਐਫਡੀ ਦੇ ਕਿਹੜੇ ਰੇਟ ਮਿਲਦੇ ਨੇ? ਜ਼ਿਆਦਾਤਰ ਆਟੋ ਸਵੀਪ ਫੈਸਿਲਿਟੀ ਤੇ ਸਾਨੂੰ ਐਫਡੀ ਦਾ 1 ਸਾਲ ਵਾਲੇ ਰੇਟ ਹੀ ਮਿਲਦੇ ਨੇ। ਕੁਝ ਬੈਂਕ ਹੁੰਦੇ ਨੇ ਜੋ ਤੁਹਾਨੂੰ ਐਫਡੀ ਦਾ ਟੈਨਿਓਰ ਚੂਜ਼ ਕਰਨ ਦਾ ਆਪਸ਼ਨ ਦਿੰਦੇ ਨੇ, ਬਟ ਜ਼ਿਆਦਾਤਰ ਬੈਂਕਸ ਦੇ ਵਿੱਚ ਇਹ ਫਿਕਸ ਹੀ ਹੁੰਦਾ ਹੈ। ਹੁਣ ਸੋਚ ਕੇ ਦੇਖੋ ਕਿ ਤੁਹਾਡਾ ਸੇਵਿੰਗ ਅਕਾਊਂਟ ਦਾ ਪੈਸਾ ਆਟੋ ਸਵੀਪ ਹੋ ਕੇ ਤੁਹਾਡੇ ਐਫਡੀ ਅਕਾਊਂਟ ਵਿੱਚ ਚਲਾ ਜਾਏ ਤੇ ਜੇਕਰ ਉਸ ਪੈਸੇ ਦੀ ਜ਼ਰੂਰਤ ਤੁਹਾਨੂੰ 1 ਸਾਲ ਤੋਂ ਪਹਿਲਾਂ ਹੀ ਪੈਂਦੀ ਹੈ, ਫਿਰ ਯਾਨੀ ਕਿ ਤੁਸੀਂ ਉਸ ਐਫਡੀ ਦਾ ਪੈਸਾ 1 ਸਾਲ ਤੋਂ ਪਹਿਲਾਂ ਹੀ ਕਢਵਾ ਲੈਂਦੇ ਹੋ ਤਾਂ ਇਸ ਤੇ ਪੈਨਲਟੀ ਲੱਗੇਗੀ। ਜੇ ਕੁਝ ਬੈਂਕਸ ਨੇ ਜੋ ਇਸ ਤੇ ਪੈਨਲਟੀ ਲਗਾਉਣਗੇ, ਪਰ ਕੁਝ ਉਹ ਵੀ ਬੈਂਕ ਨੇ ਜਿਹੜੇ ਇਸ ਤੇ ਪੈਨਲਟੀ ਨਹੀਂ ਲਗਾਉਂਦੇ। ਬਟ ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਕੁਝ ਸਲੈਬਸ ਦੇ ਵਿੱਚ ਬੈਂਕਾਂ ਦੇ ਐਫਡੀ ਇੰਟਰਸਟ ਰੇਟ ਸੇਵਿੰਗ ਇੰਟਰਸਟ ਰੇਟ ਨਾਲੋਂ ਵੀ ਘੱਟ ਨੇ। ਜਿਵੇਂ ਕਿ IDFC ਦੇ ਸੇਵਿੰਗ ਅਕਾਊਂਟ ਇੰਟਰਸਟ ਰੇਟ 4 ਤੋਂ 6% ਨੇ, ਬਟ ਇਹਨਾਂ ਦੇ ਐਫਡੀ ਇੰਟਰਸਟ ਰੇਟ ਕੁਝ ਸਲੈਬਸ ਦੇ ਵਿੱਚ 4% ਤੋਂ ਵੀ ਘੱਟ ਨੇ। ਸੋ ਇਸ ਕੇਸ ਦੇ ਵਿੱਚ ਜੇਕਰ ਤੁਸੀਂ ਆਟੋ ਸਵੀਪ ਫੈਸਿਲਿਟੀ ਚੂਜ਼ ਕਰਦੇ ਹੋ ਤੇ 29 ਦਿਨ ਤੋਂ ਪਹਿਲਾਂ ਆਪਣਾ ਪੈਸਾ ਕਢਵਾ ਲੈਂਦੇ ਹੋ ਤਾਂ ਇਸ ਤੇ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ। ਹੁਣ ਦੇਖਦੇ ਹਾਂ ਕਿ ਆਟੋ ਸਵੀਪ ਫੈਸਿਲਿਟੀ SBI ਦੇ ਵਿੱਚ ਕਿਵੇਂ ਕੰਮ ਕਰਦਾ ਹੈ। SBI ਦੇ ਵਿੱਚ ਇਸ ਫੈਸਿਲਿਟੀ ਨੂੰ ਮੋਡਸ ਵੀ ਕਿਹਾ ਜਾਂਦਾ ਹੈ, ਮਲਟੀ ਆਪਸ਼ਨ ਡਿਪੋਜ਼ਿਟ ਸਕੀਮ। ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਕਿ SBI ਦੇ ਵਿੱਚ ਇਸ ਫੈਸਿਲਿਟੀ ਨੂੰ ਲੈਣ ਦੀ ਐਲੀਜੀਬਿਲਟੀ ਕੀ ਹੈ। ਵੈਸੇ SBI ਕਿਸੇ ਨੂੰ ਦੱਸਦਾ ਨਹੀਂ ਹੈ, ਬਟ ਅਸਲ ਦੇ ਵਿੱਚ ਇਹ ਫੈਸਿਲਿਟੀ SBI ਦੇ ਵਿੱਚ ਕੋਈ ਵੀ ਲੈ ਸਕਦਾ ਹੈ। ਬਸ ਤੁਹਾਡਾ SBI ਦੇ ਵਿੱਚ ਸੇਵਿੰਗ ਜਾਂ ਫਿਰ ਕਰੰਟ ਅਕਾਊਂਟ ਹੋਣਾ ਚਾਹੀਦਾ ਹੈ। ਤੁਸੀਂ ਇਸ ਫੈਸਿਲਿਟੀ ਨੂੰ ਆਨਲਾਈਨ ਜਾਂ ਆਫਲਾਈਨ ਕਿਤੋਂ ਵੀ ਐਕਟੀਵੇਟ ਕਰਵਾ ਸਕਦੇ ਹੋ। SBI ਦੇ ਵਿੱਚ ਸੇਵਿੰਗ ਅਕਾਊਂਟ ਇੰਟਰਸਟ ਰੇਟ 2.70% ਦੇ ਆਸ-ਪਾਸ ਚੱਲ ਰਿਹਾ ਹੈ ਤੇ ਐਫਡੀ ਇੰਟਰਸਟ ਰੇਟ ਹਰ ਸਲੈਬ ਦੇ ਵਿੱਚ ਆਲਮੋਸਟ ਇਸ ਤੋਂ ਵੱਧ ਹੀ ਹੈ। ਸੋ ਇਸ ਚੀਜ਼ ਨੂੰ ਦੇਖ ਕੇ ਲੱਗ ਰਿਹਾ ਹੈ ਕਿ SBI ਦੇ ਵਿੱਚ ਇਹ ਫੈਸਿਲਿਟੀ ਲੈਣਾ ਫਾਇਦੇਮੰਦ ਹੋ ਸਕਦਾ ਹੈ। ਮੋਡਸ ਦੇ ਵਿੱਚ ਤੁਸੀਂ 1000 ਦੇ ਮਲਟੀਪਲਸ ਦੇ ਵਿੱਚ ਪੈਸਾ ਸਵੀਪ ਇਨ ਜਾਂ ਸਵੀਪ ਆਊਟ ਕਰਵਾ ਸਕਦੇ ਹੋ, ਜੋ ਕਿ ਇੱਕ ਵਧੀਆ ਗੱਲ ਹੈ ਕਿਉਂਕਿ ਛੋਟੇ ਅਮਾਉਂਟ ਤੇ ਤੁਹਾਨੂੰ ਜ਼ਿਆਦਾ ਫਲੈਕਸੀਬਿਲਿਟੀ ਮਿਲ ਜੇਗੀ। ਸਵੀਪ ਆਊਟ ਦਾ ਮਤਲਬ ਹੈ ਕਿ ਤੁਹਾਡਾ ਸੇਵਿੰਗ ਅਕਾਊਂਟ ਬੈਲੈਂਸ ਮੂਵ ਹੋ ਕੇ ਐਫਡੀ ਅਕਾਊਂਟ 'ਚ ਚਲਾ ਜਾਏਗਾ ਤੇ ਸਵੀਪ ਇਨ ਦਾ ਮਤਲਬ ਹੈ ਕਿ ਤੁਹਾਡਾ ਐਫਡੀ ਅਕਾਊਂਟ ਦੇ ਵਿੱਚ ਜੋ ਪੈਸਾ ਉਹ ਵਾਪਸ ਤੁਹਾਡੇ ਸੇਵਿੰਗ ਅਕਾਊਂਟ ਦੇ ਵਿੱਚ ਆ ਜਾਏਗਾ। SBI ਦੇ ਵਿੱਚ ਇਹ ਫੈਸਿਲਿਟੀ ਐਕਟੀਵੇਟ ਕਰਵਾਉਣ ਦੇ ਲਈ ਜੋ ਥ੍ਰੈਸ਼ਹੋਲਡ ਲਿਮਿਟ ਹੈ ਉਹ 35000 ਰੁਪਏ ਤੇ ਤੁਹਾਨੂੰ ਘੱਟੋ ਘੱਟ 10000 ਰੁਪਏ ਦੀ ਐਫਡੀ ਕਰਵਾਉਣੀ ਪਏਗੀ ਇਸ ਫੈਸਿਲਿਟੀ ਨੂੰ ਐਕਟੀਵੇਟ ਕਰਵਾਉਣ ਦੇ ਲਈ। ਮਤਲਬ ਜਿਵੇਂ ਤੁਹਾਡਾ ਸੇਵਿੰਗ ਅਕਾਊਂਟ ਬੈਲੈਂਸ 35000 ਰੁਪਏ ਕ੍ਰਾਸ ਕਰੇਗਾ, ਤੁਹਾਡੀ ਥ੍ਰੈਸ਼ਹੋਲਡ ਲਿਮਿਟ ਪੂਰੀ ਹੋ ਜਾਏਗੀ ਤੇ ਤੁਹਾਡੀ ਪਹਿਲੀ ਐਫਡੀ ਬਣਾਉਣ ਦੀ ਤਿਆਰੀ ਸ਼ੁਰੂ ਹੋ ਜਾਏਗੀ। ਤੇ ਜਿਵੇਂ ਤੁਹਾਡਾ ਅਕਾਊਂਟ ਬੈਲੈਂਸ 45000 ਰੁਪਏ ਕ੍ਰਾਸ ਕਰੇਗਾ, ਤੁਹਾਡੀ ਇਮੀਡੀਏਟਲੀ ਇੱਕ 10000 ਰੁਪਏ ਦੀ ਐਫਡੀ ਸਵੀਪ ਆਊਟ ਹੋ ਜਾਏਗੀ ਤੇ ਜਿਵੇਂ ਹੀ 10000 ਰੁਪਏ ਐਫਡੀ ਅਕਾਊਂਟ ਦੇ ਵਿੱਚ ਜਾਣਗੇ, ਤੁਹਾਡੇ ਸੇਵਿੰਗ ਅਕਾਊਂਟ ਦੇ ਵਿੱਚ ਫਿਰ ਤੋਂ 35000 ਰੁਪਏ ਰਹਿ ਜਾਣਗੇ ਤੇ ਉਸ ਤੋਂ ਬਾਅਦ ਜਿਵੇਂ ਤੁਹਾਡਾ ਅਕਾਊਂਟ 36000 ਰੁਪਏ ਕ੍ਰਾਸ ਕਰੇਗਾ, ਤੁਹਾਡੀ ਫਿਰ ਤੋਂ 1000 ਰੁਪਏ ਦੀ ਐਫਡੀ ਸਵੀਪ ਆਊਟ ਹੋ ਜਾਏਗੀ ਤੇ ਇਹ ਪ੍ਰੋਸੈਸ ਰਿਪੀਟ ਹੁੰਦਾ ਰਹੇਗਾ। SBI ਤੁਹਾਨੂੰ ਆਪਸ਼ਨ ਦਿੰਦਾ ਹੈ ਕਿ ਤੁਸੀਂ ਕਿੰਨੇ ਟਾਈਮ ਦੀ ਐਫਡੀ ਕਰਵਾਉਣੀ ਹੈ। ਤੁਸੀਂ 1 ਸਾਲ ਤੋਂ 5 ਸਾਲ ਤੱਕ ਕੋਈ ਵੀ ਟਾਈਮ ਚੂਜ਼ ਕਰ ਸਕਦੇ ਹੋ। ਬਟ SBI ਦੇ ਵਿੱਚ ਆਟੋ ਸਵੀਪ ਫੈਸਿਲਿਟੀ ਦੀ ਇੱਕ ਮੇਜਰ ਡਾਊਨ ਸਾਈਡ ਵੀ ਹੈ। ਇਸ ਦੇ ਵਿੱਚ ਜੇਕਰ ਤੁਸੀਂ ਕੋਈ ਐਫਡੀ ਬ੍ਰੇਕ ਕਰਦੇ ਹੋ ਤਾਂ ਉਸ ਤੇ ਤੁਹਾਨੂੰ ਪੈਨਲਟੀ ਦੇਣੀ ਪਏਗੀ, ਯਾਨੀ ਕਿ ਐਫਡੀ ਆਪਣੇ ਟਾਈਮ ਤੋਂ ਪਹਿਲਾਂ ਹੀ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਸਵੀਪ ਇਨ ਕਰਵਾਉਂਦੇ ਹੋ ਤਾਂ ਉਸ ਤੇ ਤੁਹਾਨੂੰ ਪੈਨਲਟੀ ਲੱਗੇਗੀ। ਜੇਕਰ ਤੁਸੀਂ 7 ਦਿਨ ਤੋਂ ਪਹਿਲਾਂ ਐਫਡੀ ਆਪਣੇ ਅਕਾਊਂਟ ਦੇ ਵਿੱਚ ਸਵੀਪ ਇਨ ਕਰਵਾਉਂਦੇ ਹੋ ਤਾਂ ਇਸ ਤੇ ਤੁਹਾਨੂੰ 0 ਵਿਆਜ ਮਿਲੇਗਾ। ਸੋ ਜੇਕਰ ਤੁਹਾਡਾ ਐਫਡੀ ਅਮਾਊਂਟ 5 ਲੱਖ ਰੁਪਏ ਤੋਂ ਘੱਟ ਹੈ ਤਾਂ ਉਸ ਤੇ ਤੁਹਾਨੂੰ 0.5% ਪੈਨਲਟੀ ਲੱਗੇਗੀ। ਇਹਨੂੰ ਥੋੜਾ ਹੋਰ ਵਧੀਆ ਤਰੀਕੇ ਨਾਲ ਸਮਝਦੇ ਹਾਂ। ਮੰਨ ਲਓ ਇਸ ਫੈਸਿਲਿਟੀ ਦੇ ਅਕੋਰਡਿੰਗ ਤੁਸੀਂ 1 ਸਾਲ ਦੀ ਐਫਡੀ ਕਰਵਾਈ ਹੋਈ ਹੈ ਤੇ ਜੇਕਰ 1 ਸਾਲ ਤੋਂ ਪਹਿਲਾਂ ਤੁਸੀਂ ਉਸ ਐਫਡੀ ਨੂੰ ਆਪਣੇ ਅਕਾਊਂਟ ਦੇ ਵਿੱਚ ਸਵੀਪ ਇਨ ਕਰਵਾਉਂਦੇ ਹੋ ਤਾਂ ਤੁਹਾਨੂੰ ਉਸ ਪੈਸੇ ਤੇ 0.5% ਵਿਆਜ ਘੱਟ ਮਿਲੇਗਾ। ਤਾਂ ਇਸ ਚਾਰਟ ਦੇ ਅਕੋਰਡਿੰਗ ਜੇਕਰ ਤੁਸੀਂ 180 ਦਿਨ ਤੋਂ ਬਾਅਦ ਆਪਣੀ ਐਫਡੀ ਬ੍ਰੇਕ ਕਰਦੇ ਹੋ ਤਾਂ ਸਲੈਬ ਦੇ ਅਕੋਰਡਿੰਗ 5.25% ਮਾਈਨਸ 0.5% ਤਾਂ ਉਸ ਪੈਸੇ ਤੇ ਤੁਹਾਨੂੰ 4.75% ਹੀ ਵਿਆਜ ਮਿਲੇਗਾ। ਤੇ ਇਸ ਫੈਸਿਲਿਟੀ ਦੇ ਅਕੋਰਡਿੰਗ ਜੇਕਰ ਤੁਹਾਡਾ ਐਫਡੀ ਅਮਾਊਂਟ 5 ਲੱਖ ਤੋਂ ਵੱਧ ਹੈ ਤਾਂ ਇਸ ਤੇ ਤੁਹਾਨੂੰ 1% ਪੈਨਲਟੀ ਲੱਗੇਗੀ। ਫੋਰ ਐਗਜ਼ਾਮਪਲ ਤੁਹਾਡਾ ਐਫਡੀ ਅਮਾਊਂਟ 5 ਲੱਖ ਤੋਂ ਵੱਧ ਹੈ ਤੇ ਤੁਸੀਂ 40 ਦਿਨ ਦੇ ਅੰਦਰ ਹੀ ਉਹਨੂੰ ਸਵੀਪ ਇਨ ਕਰਵਾ ਲੈਣੇ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਤਾਂ ਇਸ ਚਾਰਟ ਦੇ ਅਕੋਰਡਿੰਗ ਤੁਹਾਨੂੰ 3% ਮਾਈਨਸ 1% ਤਾਂ ਉਸ ਪੈਸੇ ਤੇ ਤੁਹਾਨੂੰ ਸਿਰਫ 2% ਹੀ ਵਿਆਜ ਮਿਲੇਗਾ, ਜੋ ਕਿ SBI ਦੇ ਸੇਵਿੰਗ ਅਕਾਊਂਟ ਦੇ ਇੰਟਰਸਟ ਰੇਟ ਤੋਂ ਵੀ ਘੱਟ ਹੈ। ਤੇ SBI ਦੀ ਆਟੋ ਸਵੀਪ ਫੈਸਿਲਿਟੀ ਸਾਰਿਆਂ ਦੇ ਲਈ ਹਰ ਕੰਡੀਸ਼ਨ ਦੇ ਵਿੱਚ ਬੈਨੀਫੀਸ਼ੀਅਲ ਨਹੀਂ ਹੈ। ਤੁਹਾਨੂੰ ਇਸ ਚੀਜ਼ ਨੂੰ ਥੋੜਾ ਦੇਖ ਕੇ ਯੂਜ਼ ਕਰਨਾ ਪਏਗਾ। ਤੇ ਇਹਨਾਂ ਸਾਰੀ ਡਿਸਕਸ਼ਨ ਦੇ ਵਿੱਚ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਪੁਆਇੰਟ ਮਿਸ ਕਰ ਰਹੇ ਹਾਂ ਤੇ ਉਹ ਹੈ ਟੈਕਸੇਸ਼ਨ। ਦੇਖੋ ਸੇਵਿੰਗ ਅਕਾਊਂਟ ਦੇ ਇੰਟਰਸਟ ਰੇਟ ਤੇ ਤਾਂ ਤੁਹਾਨੂੰ 10000 ਤੱਕ ਦਾ ਡਿਡਕਸ਼ਨ ਮਿਲ ਸਕਦਾ ਹੈ ਅੰਡਰ ਸੈਕਸ਼ਨ 80 TTA, ਪਰ ਐਫਡੀ ਤੇ ਇਦਾਂ ਦਾ ਕੋਈ ਬੈਨੀਫਿਟ ਨਹੀਂ ਮਿਲਦਾ। ਐਫਡੀ ਤੇ ਤੁਹਾਨੂੰ ਨਾਰਮਲ ਇਨਕਮ ਦੀ ਤਰ੍ਹਾਂ ਹੀ ਟੈਕਸ ਲੱਗੇਗਾ, ਜੋ ਕਿ 10%, 20%, 30% ਤੱਕ ਹੋ ਸਕਦਾ ਅਕੋਰਡਿੰਗ ਟੂ ਤੁਹਾਡੀ ਇਨਕਮ। ਤਾਂ ਟੈਕਸ ਕੰਪੋਨੈਂਟ ਇਨਕਲੂਡ ਕਰਕੇ ਸਾਡੀ ਸਾਰੀ ਕੈਲਕੂਲੇਸ਼ਨ ਹੀ ਚੇਂਜ ਹੋ ਜਾਂਦੀ ਹੈ। ਜੇਕਰ ਤੁਸੀਂ 20% ਵਾਲੀ ਬ੍ਰੈਕਟ ਦੇ ਵਿੱਚ ਆਉਂਦੇ ਹੋ ਤੇ ਤੁਸੀਂ 179 ਦਿਨ ਤੋਂ ਪਹਿਲਾਂ ਹੀ ਐਫਡੀ ਬ੍ਰੇਕ ਕਰਦੇ ਹੋ ਤਾਂ ਇਸ ਤੇ ਤੁਹਾਨੂੰ ਚਾਰਟ ਦੇ ਅਕੋਰਡਿੰਗ 4.5% ਮਾਈਨਸ 0.5% ਯਾਨੀ ਕਿ ਸਿਰਫ 4% ਤੱਕ ਹੀ ਇੰਟਰਸਟ ਰੇਟ ਮਿਲੇਗਾ ਤੇ ਇਸ 4% ਤੇ ਵੀ ਤੁਹਾਨੂੰ 20% ਟੈਕਸ ਦੇਣਾ ਪਏਗਾ। ਤਾਂ ਤੁਹਾਡਾ ਅਸਲ ਦੇ ਵਿੱਚ ਜੋ ਵਿਆਜ ਮਿਲੇਗਾ ਉਹ 3.20% ਹੀ ਰਹਿ ਜਾਏਗਾ, ਜੋ ਕਿ ਸੇਵਿੰਗ ਅਕਾਊਂਟ ਤੋਂ ਸਿਰਫ 0.5% ਹੀ ਵੱਧ ਹੈ। ਤਾਂ ਇਸ ਫੈਸਿਲਿਟੀ ਨੂੰ ਤੁਹਾਨੂੰ ਥੋੜਾ ਸੋਚ ਸਮਝ ਕੇ ਲੈਣਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਇਸ ਫੈਸਿਲਿਟੀ ਨੂੰ ਉਦੋਂ ਹੀ ਐਕਟੀਵੇਟ ਕਰਵਾਓ ਜੋ ਤੁਸੀਂ ਐਫਡੀ ਦਾ ਪੈਸਾ ਲੰਬੇ ਸਮੇਂ ਲਈ ਐਫਡੀ ਦੇ ਵਿੱਚ ਰੱਖ ਸਕੋ। ਸੋ ਇਹ ਸੀ ਸਾਡੀ ਅੱਜ ਦੀ ਵੀਡੀਓ। ਜੇਕਰ ਤੁਹਾਡਾ ਕੋਈ ਵੀ ਸਵਾਲ ਜਾਂ ਕੋਈ ਡਾਊਟ ਹੈ ਸਾਨੂੰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਟਿਲ ਦੈਨ ਬੀ ਕੇ ਫਾਇਦੇ।